ਵਾਹਿਗੁਰੂ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਯਾ ਕਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ। ਮਮ ਸਰ ਮੂਏ ਅਜ਼ਰਾਇਲ ਗ੍ਰਿਫਤਾ ਦਿਲ ਹੇਚ ਨਾਦਾਨੀ ਰਹਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਆਖਿਰ ਬਿਅਫਤਮ ਕਸ਼ ਨੰਦਾਰਦ ਚੂੰ ਸਬਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ। ਗਾਹੇ ਨ ਨੇਕੀ ਕਾਰ ਕਰਦਮ ਮਮ ਈਚਿਨੀ ਅਹਵਾਲ। ਬਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ। ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ। ਕੇ ਕਰੇਗ ਅੱਗੇ ਜਾਏ। ਹਉਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ। ਕੇ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ। ਨਾਨਕ ਏਥੈ ਕਮਾਵੈ ਸੋ ਮਿਲੈ ਅੱਗੇ ਪਾਏ ਜਾਏ। ਮਹੱਲਾ ਤੀਜਾ। ਤੁਰ ਖਸਮੈ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵ ਲਾਇ। ਦਮ ਦਮ ਸਦਾ ਸੰਭਾਲਦਾ ਦਮ ਨ ਬਿਰਥਾ ਜਾਏ। ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ। ਨਾਨਕ ਇਹੋ ਮਰਤਬਾ ਤਿਸਨੋ ਦੇ ਜਿਸਨੋ ਕਿਰਪਾ ਕਰੇ ਰਜਾਏ। ਪੌੜੀ। ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ। ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ। ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ। ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ। ਉਸਤਤ ਬਰਨ ਨ ਸਕੀਐ ਸਦ ਸਦ ਕੁਰਬਾਨਾ। ਉਸਤਤ ਬਰਨ ਨ ਸਕੀਐ ਸਦ ਸਦ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਆਪ ਜੀ ਅਤਿਅੰਤ ਬੜ ਭਾਗੇ ਹੋ ਜੋ ਮਹਾਰਾਜ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੁਭਾਏਮਾਨ ਹੋ ਕਰਕੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਦਿੱਤੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਮਹਾਰਾਜ ਸਾਹਿਬ ਜੀ ਜੋ ਉਪਦੇਸ਼ ਦੇ ਰਹੇ ਹਨ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਦੇ ਹਨ। ਹਉਮੈ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਹਉਮੈ ਨਾਵੇਂ ਨਾਲ ਵਿਰੋਧ ਹੈ। ਜੀਵ ਦੀ ਮੈਂ, ਜੀਵ ਦੀ ਹੰਗਤਾ ਬੜੀ ਦੂਰ ਤੱਕ ਨਾਲ ਜਾਂਦੀ ਹੈ। ਇਸ ਮੈਂ ਨੂੰ ਮਿਟਾਉਣਾ ਬੜਾ ਔਖਾ ਹੈ। ਇਹੀ ਸਭ ਤੋਂ ਵੱਡਾ ਕੰਡਾ ਹੈ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਇਹ ਮੈਂ ਸੂਖਸ਼ਮ ਹਉਮੈ ਹਰ ਵੇਲੇ ਜੀਵ ਦੇ ਨਾਲ ਹੈ। ਇਹ ਐਸਾ ਕੰਡਾ ਰੜਕਦਾ ਰਹਿੰਦਾ ਹੈ। ਹਜ਼ਾਰਾਂ ਲੱਖਾਂ ਕਰੋੜਾਂ ਜਨਮ ਬੀਤ ਜਾਂਦੇ ਨੇ, ਜੀਵ ਦਾ ਖਹਿੜਾ ਨਹੀਂ ਛੁੱਟਦਾ। ਇਹ ਮੈਂ ਮੇਰੀ ਦਾ ਕੰਡਾ ਹੈ। ਇਹ ਨਾਮ ਵੀ ਨਹੀਂ ਜਪਣ ਦਿੰਦਾ, ਵਾਹਿਗੁਰੂ ਦੀ ਭਗਤੀ ਨਹੀਂ ਕਰਨ ਦਿੰਦਾ, ਇਹ ਵਾਹਿਗੁਰੂ ਵਿੱਚ ਸਾਨੂੰ ਸਮਾਨ ਨਹੀਂ ਦਿੰਦਾ। ਮਹਾਰਾਜ ਸਾਹਿਬ ਜੀ ਨੇ ਬਹੁਤ ਸਾਰੇ ਬਚਨ ਹਉਮੈ ਦੇ ਪ੍ਰਥਾਏ ਲਗਭਗ ਹਰ ਸ਼ਬਦ ਵਿੱਚ ਹੀ ਇਹ ਜ਼ਿਕਰ ਕੀਤਾ ਹੈ। ਕਿਉਂਕਿ ਜਦੋਂ ਜੀਵ ਦੀ ਮੈਂ ਮਿਟ ਜਾਵੇ ਤਾਂ ਬੂੰਦ ਸਾਗਰ ਵਿੱਚ ਅਭੇਦ ਹੋ ਸਕਦੀ ਹੈ। ਇਹ ਜਿਹੜੀ ਮੇਰੀ ਆਪਣੀ ਵੱਖਰੀ ਹਸਤੀ ਹੈ, ਮੇਰਾ ਇੱਕ ਵਜੂਦ ਹੈ, ਮੈਂ ਇੱਕ ਇਨਸਾਨ ਹਾਂ, ਮੈਂ ਹਿੰਦੂ, ਮੈਂ ਮੁਸਲਮਾਨ, ਮੈਂ ਬ੍ਰਾਹਮਣ, ਮੈਂ ਖੱਤਰੀ, ਮੈਂ ਵੈਸ਼, ਮੈਂ ਸ਼ੂਦਰ, ਮੈਂ ਸੁਖੀ, ਮੈਂ ਦੁਖੀ, ਮੈਂ ਮੂਰਖ, ਮੈਂ ਸਿਆਣਾ, ਗਿਆਨੀ, ਅਗਿਆਨੀ, ਵੱਡਾ ਛੋਟਾ, ਮੈਂ ਇਹ ਜਿਹੜਾ ਹੈ, ਇਹ ਮੈਂ ਉਸ ਪ੍ਰਭੂ ਵਿੱਚ ਸਮਾ ਨਹੀਂ ਸਕਦਾ। ਇਹਦੀ ਸਮਾਪਤੀ ਵਾਸਤੇ ਹੀ ਤੂੰ ਤੂੰ ਕਰਨਾ ਪੈਂਦਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਅਸ ਜਰ ਪਰ ਜਰ, ਜਰ ਜਬ ਰਹਿ ਤਬ ਜਾਏ, ਜੋਤ ਉਜਾਰੋ ਲਹੈ। ਇਸ ਹਉਮੈ ਦੇ ਵਿੱਚ ਆ ਜਿੰਨਾ ਵੀ ਸੰਸਾਰ ਹੈ, ਅਸੀਂ ਸਾਰੇ ਹੀ ਮਰ ਰਹੇ ਹਾਂ। ਵਾਹਿਗੁਰੂ ਪਰਮੇਸ਼ਰ ਅਮਰ ਹੈ, ਸਦਾ ਸਦ ਜਿਉਂਦਾ ਹੈ, ਸਤ ਸਰੂਪ ਹੈ। ਉਹਦੇ ਵਿੱਚ ਸਾਡੀ ਸਮਾਈ ਹੋ ਸਕਦੀ ਹੈ। ਅਸੀਂ ਵੀ ਅਮਰ ਹੋ ਸਕਦੇ ਹਾਂ। ਅਸੀਂ ਵੀ ਸਦਾ ਸਦਾ ਜੀਣੇ ਵਾਲੇ ਬਣ ਸਕਦੇ ਹਾਂ। ਸਤਿਗੁਰੂ ਜੀ ਬਾਣੀ 'ਚ ਬਚਨ ਕਰਦੇ ਨੇ, ਜੀਵਤ 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 ਰਹੋ। ਆਮ ਤੌਰ 'ਤੇ ਇਹਦਾ ਅਰਥ ਆਸ਼ੀਰਵਾਦ ਸ਼ਬਦ ਲੈ ਲੈਂਦੇ ਆ, ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਜੀਵਤ 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 ਰਹੋ, ਇਹ ਅਰਥ ਵੀ ਠੀਕ ਹੈ। ਰਾਮ ਰਸਾਇਣ ਨਿਤ ਉੱਠ ਪੀਓ। ਭਾਈ ਤੁਸੀਂ ਵਾਹਿਗੁਰੂ ਦਾ ਨਾਮ ਜਪੋ, ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਪਰ ਸੰਪਰਦਾਈ ਮਹਾਂਪੁਰਸ਼ਾਂ ਨੇ ਪਾਠ ਇਸ ਤਰ੍ਹਾਂ ਵੀ ਦੱਸਿਆ ਹੈ, ਜੀਵ ਤਜੀਵਤ। ਤਜੀਵਤ ਦਾ ਅਰਥ ਹੁੰਦਾ ਤਿਆਗ ਦੇਣਾ, ਤਜ ਦੇਣਾ। ਬਾਣੀ 'ਚ ਤਜਣਾ ਸ਼ਬਦ ਬਹੁਤ ਵਾਰੀ ਆਉਂਦਾ ਤਿਆਗ ਦੇ ਅਰਥਾਂ ਵਿੱਚ। ਤਜੀਵਤ ਦਾ ਅਰਥ ਹੈ ਵੀ ਜੀਵ ਭਾਵ ਨੂੰ ਤਜ ਦਿਓ। ਮੈਂ ਜਿਉਂਦਾ ਹਾਂ, ਮੇਰੀ ਕੋਈ ਵੱਖਰੀ ਹਸਤੀ ਹੈ, ਮੈਂ ਸੁਖੀ ਦੁਖੀ, ਵੱਡਾ ਛੋਟਾ, ਗੋਰਾ ਕਾਲਾ, ਹਿੰਦੂ ਮੁਸਲਮਾਨ, ਮੈਂ ਇਹ ਭਾਵ ਜਿਹੜਾ ਹੈ ਤਿਆਗ ਕੇ ਜੀਵਤ ਰਹੋ, ਫਿਰ ਸਦਾ ਹੀ ਜਿਉਂਦੇ ਰਹੋਗੇ। ਪਰ ਇਹ ਕੰਮ ਗੱਲਾਂ ਕਥਾ ਕਰਨੀ ਸੌਖੀ ਹੈ, ਸੁਣ ਲੈਣੀ ਵੀ ਸੌਖੀ ਹੈ, ਪਰ ਇਸ ਚਿੰਤਨ ਵਿੱਚ ਜਾਣਾ ਬੜਾ ਔਖਾ ਹੈ। ਜਿਉਂਦਿਆਂ ਮਰਨਾ ਬੜਾ ਔਖਾ ਹੈ। ਹਉਮੈ ਵਿੱਚ ਜਗਤ ਮੂਆ, ਮੈਂ ਕਰਦਿਆਂ ਇਹ ਸਾਰਾ ਸੰਸਾਰ ਮਰ ਗਿਆ। ਮਰਦੋ ਮਰਦਾ ਜਾਏ, ਮਰਦਿਆਂ ਮਰਦਿਆਂ ਇੱਕ ਵਾਰੀ ਨਹੀਂ ਰੋਜ਼ ਹੀ ਮਰਦਾ ਰਹਿੰਦਾ। ਜਿਸ ਜੀਵਨ ਨੂੰ ਅਸੀਂ ਜੀਵਨ ਸਮਝਦੇ ਹਾਂ ਉਹ ਜੀਵਨ ਨਹੀਂ ਹੈ, ਔਰ ਜਿਸ ਮੌਤ ਨੂੰ ਅਸੀਂ ਮੌਤ ਸਮਝਦੇ ਹਾਂ ਉਹ ਮੌਤ ਵੀ ਨਹੀਂ ਹੈ। ਇੱਕ ਸੁਪਨਾ ਸ਼ੁਰੂ ਹੋਇਆ, ਉਹ ਸੁਪਨਾ ਖਤਮ ਹੋਵੇਗਾ। ਅਸੀਂ ਸਮਝਦੇ ਹਾਂ ਸਾਡਾ ਜਨਮ ਹੋਇਆ, ਸਾਡੀ ਮੌਤ ਹੋਵੇਗੀ।
ਕਿਉਂਕਿ ਅਸੀਂ ਆਪਣੇ ਆਪ ਨੂੰ 5 ਤੱਤਾਂ ਦਾ ਸਰੀਰ ਮੰਨੀ ਬੈਠੇ ਹਾਂ। ਅਸੀਂ ਆਪਣੇ ਆਪ ਨੂੰ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਸੰਯੁਗਤ ਮਨ ਬੁੱਧ ਅੰਤःਕਰਨ ਸਮੇਤ, ਕਿਉਂਕਿ ਅੰਤःਕਰਨ ਵਿਸ਼ਿਸ਼ਟ ਚੇਤਨ ਨੂੰ ਹੀ ਜੀਵ ਕਹਿੰਦੇ ਹਨ। ਜੇ ਅੰਤःਕਰਨ ਦੀ ਉਪਾਧੀ ਲੈ ਜਾਵੇ ਤਾਂ ਚੇਤਨ ਆਪਣੇ ਸਰੂਪ 'ਚ ਲੀਨ ਹੋ ਸਕਦਾ ਹੈ, ਪਰ ਇਹਨੂੰ ਪਕੜਿਆ ਹੋਇਆ ਹੈ। ਜਿਵੇਂ ਕਹਿੰਦੇ ਕੋਈ ਰਿਛ ਰੁੜਿਆ ਜਾਂਦਾ ਸੀ ਅਤੇ ਕਿਸੇ ਬੰਦੇ ਨੇ ਸਮਝਿਆ ਵੀ ਕੰਬਲ ਜਾਂਦਾ, ਉਹ ਜਾ ਕੇ ਉਹਨੂੰ ਚਿਮੜ ਗਿਆ, ਕਹਿੰਦਾ ਖਿੱਚ ਕੇ ਬਾਹਰ ਲਿਆਵਾਂ। ਅੱਗੋਂ ਰਿਛ ਨੇ ਜੱਫੀ ਪਾ ਲਈ, ਉਹ ਜੱਫੀ ਪਾ ਲਈ ਐਸੀ, ਅਤੇ ਉਹ ਨਾਲ ਨਾਲ ਰੁੜਿਆ ਜਾਂਦਾ ਪਾਣੀ ਦੇ ਵਿੱਚ। ਪਿੱਛੋਂ ਕਿਸੇ ਨੇ ਆਵਾਜ਼ ਮਾਰੀ, ਤੂੰ ਕੰਬਲ ਛੱਡ ਦੇ। ਉਹ ਕਹਿੰਦਾ ਮੈਂ ਤਾਂ ਹੁਣ ਕੰਬਲ ਛੱਡਦਾ, ਹੁਣ ਕੰਬਲ ਹੀ ਮੈਨੂੰ ਨਹੀਂ ਛੱਡਦਾ। ਇਹ ਜਿਹੜਾ ਕੰਬਲ ਚਿਮੜਿਆ ਹੋਇਆ ਜੀਵ ਅੰਤःਕਰਨ ਭਾਵ ਵਿੱਚ, ਉਹ ਇਹਨੂੰ ਇੰਨੀ ਡੂੰਘੀ ਪਕੜ ਹੈ, ਇੰਨੀ ਗਹਿਰੀ ਪਕੜ ਹੈ ਵੀ ਕਰੋੜਾਂ ਜਨਮਾਂ ਵਿੱਚ ਵੀ ਉਹ ਜਾਂਦੀ ਨਹੀਂ। ਅਤੇ ਉਸੇ ਪਕੜ ਕਰਕੇ ਬਸ ਜੰਮੀ ਜਾਂਦਾ, ਮਰੀ ਜਾਂਦਾ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਕੇ ਕਰੇਗ ਅੱਗੇ ਜਾਏ। ਜਿੰਨਾ ਚਿਰ ਇਹਦੇ ਸਰੀਰ 'ਚ ਦਮ ਹੈ, ਜਿੰਨਾ ਚਿਰ ਇਹ ਸਰੀਰ ਵਿੱਚ ਰਹਿ ਰਿਹਾ, ਉਹਨਾਂ ਚਿਰ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ। ਇਸੇ ਨੂੰ ਹੀ ਸੱਤ ਮੰਨੀ ਬੈਠਾ ਹੈ, ਆਪਣੇ ਪਰਮ ਸੱਤ ਨੂੰ ਭੁੱਲੀ ਬੈਠਾ ਹੈ। ਵੈਸੇ ਇਸ ਮਨੁੱਖਾ ਜਨਮ ਦੀ ਬੜੀ ਵੱਡੀ ਵਿਸ਼ੇਸ਼ਤਾ ਹੈ, ਇਸ ਤੋਂ ਬਿਨਾਂ ਵੀ ਨਾਮ ਨਹੀਂ ਜਪਿਆ ਜਾ ਸਕਦਾ। ਇਹ ਮਹਾਰਾਜ ਨੇ ਘੋੜੀ ਦੱਸੀ ਹੈ, ਦੇ ਘੋੜੀ ਜੀ ਤੇਜਣ ਜੀ ਜਿਤ ਹਰ ਪਾਇਆ ਰਾਮ। ਮਹਾਰਾਜ ਕਹਿੰਦੇ ਇਹ ਘੋੜੀ 'ਤੇ ਚੜ੍ਹ ਕੇ ਆਪਾਂ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ, ਪਰ ਇਸ ਨੂੰ ਅਸੀਂ ਇੱਥੇ ਹੀ ਗੇੜੇ ਦੇਈ ਜਾਂਦੇ ਹਾਂ, ਅੱਗੇ ਤੁਰਦੇ ਹੀ ਨਹੀਂ। ਜਿੰਨਾ ਚਿਰ ਸਰੀਰ ਵਿੱਚ ਦਮ ਹੈ ਓਨਾ ਚਿਰ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਕਿ ਕਰੇਗ ਅੱਗੇ ਜਾਏ, ਅੱਗੇ ਜਾ ਕੇ ਕੀ ਕਰੇਗਾ? ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਜਿਹੜਾ ਗਿਆਨੀ ਹੈ ਉਹ ਚੇਤਨ ਹੈ, ਸਾਵਧਾਨ ਹੈ, ਉਹਨੂੰ ਪਤਾ ਮੈਂ ਇੱਥੋਂ ਜਾਣਾ ਹੈ, ਇਹ ਮੇਰਾ ਟਿਕਾਣਾ ਨਹੀਂ, ਇਹ ਮੇਰਾ ਦੇਸ਼ ਨਹੀਂ, ਇਹ ਮੇਰੀ ਧਰਤੀ ਨਹੀਂ, ਇਹ ਮੇਰਾ ਘਰ ਨਹੀਂ। ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਮਨ ਪਰਦੇਸੀ ਆਇਆ, ਇਹ ਮਨ ਸਾਡਾ ਪਰਦੇਸੀ ਹੈ, ਜੀਵ ਆਤਮਾ ਪਰਦੇਸੀ ਹੈ, ਇੱਥੋਂ ਦੀ ਨਹੀਂ ਹੈ। ਜਿੱਥੋਂ ਦੀ ਹੈ ਉੱਥੇ ਜਾਣਾ ਹੀ ਪੈਣਾ, ਪਰ ਜਾਣ ਦੀ ਤਿਆਰੀ ਨਹੀਂ ਕਰਦਾ, ਇੱਥੇ ਗਫਲਤ ਦੀ ਨੀਂਦ ਸੁੱਤਾ ਹੈ। ਗਿਆਨੀ ਜਾਗਦੇ ਹਨ। ਗਿਆਨੀ ਹੋਏ ਸੋ ਚੇਤਨ ਹੋਏ, ਉਹ ਸਾਵਧਾਨ ਹੈ, ਚੇਤਨ ਹੈ, ਉਹਨੂੰ ਪਤਾ ਹੈ ਕਿ ਮੇਰਾ ਇਹ ਦੇਸ਼ ਨਹੀਂ, ਜਿੱਥੇ ਮੈਂ ਆਪਣਾ ਮਨ ਲਾਈ ਬੈਠਾ ਇਹ ਨਹੀਂ ਹੈ। ਇੱਥੋਂ ਆਪਣਾ ਮਨ ਉਪਰਾਮ ਕਰ ਲੈਂਦੇ ਹਨ। ਅਗਿਆਨੀ ਅੰਧ ਕਮਾਏ, ਅਗਿਆਨੀ ਅੰਨੇ ਕਰਮ ਕਰੀ ਜਾਂਦੇ ਹੈ, ਇਸ ਦੁਨੀਆ ਦੇ ਵਿੱਚ ਹੀ ਆਪਣੇ ਕਿੱਲੇ ਗੱਡਣ ਨੂੰ ਲੱਗੇ ਹੈ। ਹੱਥੇ ਆਪਾਂ ਐਡਾ ਕਾਰੋਬਾਰ ਖੋਲਾਂਗੇ, ਫਿਰ ਆਪਾਂ ਆਹ ਕਰਾਂਗੇ, ਫਿਰ ਆਪਾਂ ਆਹ ਕਰਾਂਗੇ, ਇੱਥੇ ਆਪਾਂ ਮਕਾਨ ਬਣਾਵਾਂਗੇ, ਇੱਥੇ ਆਪਾਂ ਇਸ ਤਰ੍ਹਾਂ ਦਾ ਕੰਮ ਕਰਾਂਗੇ। ਇਹ ਸੰਸਾਰ ਦੇ ਵਿੱਚ ਰਹਿਣ ਦੇ ਹੀ ਸੁਪਨੇ ਲੈਂਦਾ, ਇੱਥੋਂ ਜਾਣ ਦੇ ਸੁਪਨੇ ਕਦੀ ਇਸ ਖਿਆਲ ਹੀ ਨਹੀਂ ਆਇਆ ਇਸ ਨੂੰ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਮੂਰਖ ਨੇ ਸੁਪਨੇ ਨਾਲ ਚਿੱਤ ਲਾ ਲਿਆ। ਕਿਸੇ ਨੂੰ ਸੁਪਨੇ 'ਚ ਹਾਥੀ ਮਿਲ ਗਿਆ, ਹਾਥੀ 'ਤੇ ਚੜ੍ਹਿਆ ਫਿਰਦਾ, ਕਹਿੰਦਾ ਬੜੀਆਂ ਮੌਜਾਂ ਬਣ ਗਈਆਂ, ਆਪਾਂ ਹੁਣ ਹਾਥੀ ਦੀ ਸਵਾਰੀ ਕਰਿਆ ਕਰਾਂਗੇ। ਪਰ ਉਹ ਹਾਥੀ ਸੁਪਨੇ ਵਿੱਚ ਹੀ ਹੈ, ਜਾਗ ਖੁੱਲ੍ਹਣੀ ਅਤੇ ਸੁਪਨਾ ਸਾਰਾ ਹੀ ਉੱਡ ਗਿਆ ਅਤੇ ਹਾਥੀ ਵੀ ਗਿਆ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ, ਜਾਗਤ ਪਖਲਾਇਆ। ਆਰਜਾ ਗਈ ਵਿਹਾਏ, ਉਮਰ ਬੀਤ ਗਈ, ਧੰਦਾ ਧਾਇਆ, ਪੂਰਨ ਭਏ ਨਾ ਕਾਮ, ਮੋਇਆ ਮਾਇਆ, ਕਿਆ ਵਿਚਾਰਾ ਜੰਤ ਜਾਂ ਭੁਲਾਇਆ। ਵਾਹਿਗੁਰੂ ਪਰਮੇਸ਼ਰ ਨੇ ਐਸੀ ਖੇਡ ਰਚਾਈ ਹੈ, ਅਗਿਆਨੀ ਅੰਧ ਕਮਾਏ। ਅਗਿਆਨੀ ਜੀਵ ਅੰਨੇ ਕਰਮਾਂ 'ਚ ਦਿਨ ਰਾਤ ਭੱਜੇ ਫਿਰਦੇ ਨੇ। ਨਾਨਕ ਇੱਥੇ ਕਮਾਵੈ ਸੋ ਮਿਲੈ, ਅੱਗੇ ਪਾਏ ਜਾਏ। ਮਹਾਰਾਜ ਕਹਿੰਦੇ ਇੱਥੇ ਜੋ ਕੁਝ ਕਮਾਉਂਦਾ ਹੈ, ਜੋ ਵੀ ਚੰਗੇ ਮਾੜੇ ਕਰਮ ਇਹ ਜੀਵ ਕਰਦਾ ਹੈ, ਅੱਗੇ ਇਸ ਨੂੰ ਉਹੀ ਜਾ ਕੇ ਮਿਲਦੇ ਹਨ।
ਕਿਉਂਕਿ ਅੰਤःਕਰਨ ਵਿੱਚ ਸਾਰੀਆਂ ਚੀਜ਼ਾਂ ਦੀ ਛਾਪ ਪਈ ਹੁੰਦੀ ਹੈ। ਸੂਖਮ ਰੂਪ ਸਾਰਾ ਅੰਦਰ ਹੁੰਦਾ ਹੈ, ਸਥੂਲ ਬਾਹਰ ਹੁੰਦਾ ਹੈ। ਸੋ ਸੂਖਮ ਦੇ ਵਿੱਚ ਬੜਾ ਕੁਛ ਆੜ ਕਬਾੜ ਭਰ ਲਿਆ ਹੈ, ਉਹੀ ਮਿਲਣਾ ਅੱਗੇ ਜਾ ਕੇ। ਇਹ ਤਾਂ ਹੋ ਨਹੀਂ ਸਕਦਾ ਵੀ ਕਿੱਕਰ ਬੀਜ ਕੇ ਦਾਖਾਂ ਲੱਭ ਲਵੇ, ਲੋੜਾ ਦਾਖ ਬਿਜੋਰੀਆਂ ਕਿੱਕਰ ਬੀਜਾ ਜੱਟ, ਹੰਡਿਆ ਉਹਨ ਕਤਾਏ ਦਾ ਪਹਿੰਦਾ ਲੋੜਾ ਪੱਟ, ਜੋ ਬੀਜਿਆ ਉਹੀ ਵੱਢੇਗਾ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਦੇ। ਤੁਰ ਖਸਮੈ ਕਾ ਹੁਕਮ ਪਿਆ, ਵਿਣ ਸਤਿਗੁਰ ਚੇਤਿਆ ਨਾ ਜਾਏ। ਅਕਾਲ ਪੁਰਖ ਦੇ ਵਾਹਿਗੁਰੂ ਦੇ ਧੁਰ ਦਰਬਾਰ ਵਿੱਚੋਂ ਇੱਕ ਹੁਕਮ ਜਾਰੀ ਹੋਇਆ ਹੈ, ਇੱਕ ਫਰਮਾਨ ਜਾਰੀ ਹੋਇਆ ਹੈ, ਇੱਕ ਲਾਅ ਬਣਿਆ ਹੈ, ਕਾਨੂੰਨ ਬਣਿਆ ਹੈ। ਜਿਵੇਂ ਪਾਰਲੀਮੈਂਟ ਕਾਨੂੰਨ ਬਣਾ ਦਿੰਦੀ ਹੈ, ਬਿੱਲ ਪਾਸ ਕਰ ਦਿੰਦੀ ਹੈ, ਉਹ ਸਾਰੇ ਦੇਸ਼ ਦੇ ਵਿੱਚ ਸਾਰੀ ਦੁਨੀਆ ਨੂੰ ਮੰਨਣਾ ਪੈਂਦਾ ਹੈ। ਵਾਹਿਗੁਰੂ ਦੇ ਧੁਰ ਦਰਬਾਰ ਤੋਂ ਇੱਕ ਅਟੱਲ ਹੁਕਮ ਜਾਰੀ ਹੋਇਆ, ਉਹ ਇਹ ਹੈ ਵੀ ਸਤਿਗੁਰੂ ਤੋਂ ਬਿਨਾਂ ਉਹਦਾ ਨਾਮ ਨਹੀਂ ਜਪਿਆ ਜਾਣਾ। ਵਿਣ ਸਤਿਗੁਰ ਚੇਤਿਆ ਨਾ ਜਾਏ। ਬਿਨਾਂ ਪੂਰੇ ਗੁਰੂ ਦੀ ਪ੍ਰਾਪਤੀ ਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਸਤਿਗੁਰ ਮਿਲਿਆ ਅੰਤਰ ਰੱਬ ਰਹਿਆ। ਜਿਸ ਪ੍ਰਾਣੀ ਨੂੰ ਸਤਿਗੁਰੂ ਜੀ ਮਿਲਦੇ ਹਨ, ਉਹਦੇ ਅੰਦਰ ਉਹ ਪਰਮਾਤਮਾ ਹਰ ਵੇਲੇ ਰਮਿਆ ਰਹਿੰਦਾ ਹੈ, ਵਸਿਆ ਰਹਿੰਦਾ ਹੈ। ਸਦਾ ਰਹਿਆ ਲਿਵ ਲਾਏ। ਜਿਸ ਦੇ ਅੰਦਰ ਸਤਿਗੁਰੂ ਜੀ ਦੀ ਕਿਰਪਾ ਨਾਲ ਆਤਮ ਪ੍ਰਕਾਸ਼ ਹੋ ਜਾਂਦਾ ਹੈ, ਉਹ ਸਦਾ ਹੀ ਉਹਦੀ ਲਿਵ ਲੱਗੀ ਰਹਿੰਦੀ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਸਵਾਸ ਨਾਲ ਵਾਹਿਗੁਰੂ 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 ਵਾਹਿਗੁਰੂ, ਦਮ ਦਮ ਸਦਾ ਸੰਭਾਲਦਾ। ਸਵਾਸ ਸਵਾਸ ਵਾਹਿਗੁਰੂ ਨੂੰ ਚੇਤੇ ਰੱਖਦਾ ਹੈ। ਸੰਭਾਲਣ ਦਾ ਅਰਥ ਹੁੰਦਾ ਜਿਹੜੀ ਚੀਜ਼ ਕੋਲ ਪਈ ਹੋਵੇ ਪਰ ਸਾਂਭ ਲਈ ਜਾਵੇ। ਚੀਜ਼ ਤਾਂ ਕੋਲ ਹੀ ਹੁੰਦੀ ਹੈ ਪਰ ਸਾਂਭੀ ਨਹੀਂ ਹੁੰਦੀ। ਘਰ ਦੇ ਵਿੱਚ ਕਿਤੇ ਰੁਲ ਗਈ, ਕਿਤੇ ਰੱਖ ਕੇ ਭੁੱਲ ਗਏ, ਲੋੜ ਪਈ ਅਤੇ ਹੱਥ ਪੈਰ ਮਾਰਨ ਲੱਗ ਪਏ, ਭਾਂਡੇ ਭੰਨਣ ਲੱਗ ਪਏ, ਕਿੱਥੇ ਰੱਖੀ ਸੀ ਕਿੱਥੇ ਰੱਖੀ ਸੀ। ਅਤੇ ਜੇ ਟਿਕਾ ਕੇ ਚੀਜ਼ ਰੱਖੀ ਹੋਵੇ ਵੀ ਉੱਥੇ ਆਲੇ 'ਚ ਫਲਾਣੀ ਚੀਜ਼ ਪਈ ਆ, ਉੱਥੋਂ ਚੱਕ ਲਓ, ਉਹਨੂੰ ਸੰਭਾਲ ਕਹਿੰਦੇ ਆ। ਸਿਆਣੀ ਸੁਘੜ ਇਸਤਰੀ ਆਪਣੇ ਘਰ ਦੇ ਵਿੱਚ ਹਰ ਚੀਜ਼ ਨੂੰ ਸੰਭਾਲ ਕੇ ਰੱਖਦੀ ਹੈ। ਜਦੋਂ ਕੋਈ ਮੰਗੇ ਚੱਕ ਕੇ ਦੇ ਦਿੰਦੀ ਹੈ। ਜਿਹੜੀ ਕੁਚੱਜੀ ਹੁੰਦੀ ਹੈ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਥੇ ਰੱਖੀ ਚੀਜ਼, ਉਹ ਸਾਰੇ ਭਾਂਡੇ ਭੰਨਣ ਲੱਗ ਜਾਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਜਿਨ੍ਹਾਂ ਨੇ ਆਪਣੇ ਅੰਦਰ ਵਰਤਦੇ ਹੋਏ ਪਰਮਾਤਮਾ ਨੂੰ ਸੰਭਾਲ ਲਿਆ ਹੈ, ਦਮ ਦਮ ਨਾਲ ਹਰ ਵੇਲੇ ਖਿਆਲ ਰੱਖਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਦਮ ਨਾ ਬਿਰਥਾ ਜਾਏ। ਆਪਣਾ ਸਵਾਸ ਉਹਨਾਂ ਨੇ ਬਿਰਥਾ ਨਹੀਂ ਜਾਣ ਦਿੱਤਾ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਐਸੇ ਅਭਿਆਸੀਆਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ ਜਨਮ ਮਰਨ ਦਾ ਡਰ ਕੱਟਿਆ ਜਾਂਦਾ ਹੈ। ਜਿਹੜਾ ਸਭ ਤੋਂ ਵੱਡਾ ਡਰ ਹੈ ਇਸ ਸੰਸਾਰ ਦੇ ਵਿੱਚ ਦੁੱਖ ਹੈ। ਦੁੱਖ ਤਾਂ ਸਾਧ ਸੰਗਤ ਜੀ ਸਾਰੇ ਬਹੁਤ ਹੀ ਹਨ, ਬਹੁਤ ਹੀ ਦੁੱਖ ਹਨ। ਦੁੱਖ ਦੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਲਿਓ ਕੋਏ। ਸਾਡੀ ਜ਼ਿੰਦਗੀ ਵਿੱਚ ਇਸ ਲੰਮੀ ਯਾਤਰਾ ਵਿੱਚ ਦੁੱਖ ਹੀ ਹਨ। ਸੁੱਖ ਤਾਂ ਅਜੇ ਤੱਕ ਵੇਖਿਆ ਹੀ ਕੋਈ ਨਹੀਂ, ਕਿਉਂਕਿ ਜਿਹੜਾ ਵੀ ਸੁੱਖ ਵੇਖਿਆ ਹੈ ਉਹਦੇ ਨਾਲ ਦੁੱਖ ਦਾ ਖਤਰਾ ਬਣਿਆ ਹੋਇਆ ਹੈ। ਕੋਈ ਵੀ ਸੁੱਖ ਹੈ ਨਾ, ਉਹ ਦੁੱਖ ਦੇ ਰੂਪ 'ਚ ਕਨਵਰਟ ਹੋ ਜਾਂਦਾ। ਕਾਰ ਗੱਡੀ ਨਵੀਂ ਖਰੀਦੋ ਅਤੇ ਨਾਲ ਉਹਦਾ ਦੁੱਖ ਹੈ ਵੀ ਉਹਦਾ ਇੰਸ਼ੋਰੈਂਸ ਵੀ ਕਰਾਉਣੀ ਹੈ, ਕਿਸ਼ਤਾਂ ਵੀ ਤਾਰਨੀਆਂ ਨੇ। ਫਿਰ ਉਹਨੂੰ ਗੱਡੀ ਨੂੰ ਚੋਰੀ ਤੋਂ ਵੀ ਬਚਾਉਣਾ ਹੈ, ਤਾਲਾ ਲਾ ਕੇ ਲੌਕ ਕਰਕੇ ਰੱਖਣਾ ਹੈ। ਫਿਰ ਉਹ ਗੱਡੀ ਕਿਤੇ ਖਹਿ ਨਾ ਜਾਵੇ, ਕੋਈ ਝਰੀਟ ਨਾ ਪੈ ਜਾਵੇ, ਕਿਤੇ ਉਹਨੂੰ ਕੋਈ ਦਾਗ ਨਾ ਲੱਗ ਜੇ, ਖਰਾਬ ਨਾ ਹੋ ਜਾਏ, ਕੋਈ ਮਸ਼ੀਨਰੀ ਵਿੱਚ ਕੋਈ ਫਾਲਟ ਨਾ ਆ ਜਾਵੇ। ਕਿੰਨੇ ਦੁੱਖ ਹਨ ਉਹਦੇ। ਮਕਾਨ ਬਣਾਇਆ ਹੈ, ਪੁਰਾਣਾ ਨਾ ਹੋ ਜਾਵੇ, ਕਿਤੇ ਆਹ ਨਾ ਹੋ ਜਾਵੇ, ਕਿਤੇ ਕੋਈ ਕਿਤੋਂ ਉੱਪਰੋਂ ਛੱਤ ਨਾ ਚੋਣ ਲੱਗ ਜਾਵੇ, ਉਹਦਾ ਵੀ ਹੈ। ਕਈ ਤਰ੍ਹਾਂ ਦੇ ਸੰਸਾਰ ਦੇ ਵਿੱਚ ਸੁੱਖ ਜਿਹੜੇ ਹਨ ਉਹ ਦੁੱਖਾਂ ਦੇ ਨਾਲ ਮਿਲੇ ਹੋਏ ਹਨ। ਇਸਤਰੀ ਹੈ, ਪਤਨੀ ਹੈ, ਪਤੀ ਹੈ, ਬੱਚੇ ਹਨ, ਉਹ ਵੀ ਬਿਮਾਰ ਨਾ ਹੋ ਜਾਣ, ਕੋਈ ਹੋਰ ਐਕਸੀਡੈਂਟ ਨਾ ਹੋ ਜਾਵੇ, ਕੋਈ ਦੁੱਖ ਨਾ ਆ ਜਾਵੇ। ਇਸ ਤਰ੍ਹਾਂ ਹਰ ਚੀਜ਼ ਵਿੱਚ, ਸੁੱਖਦਾਈ ਚੀਜ਼ ਵਿੱਚ ਦੁੱਖ ਹੈ। ਫਿਰ ਸੁੱਖ ਕਾਹਦਾ ਹੋਇਆ? ਸੁੱਖ ਤਾਂ ਇੱਕੋ ਹੀ ਹੈ ਪਰਮੇਸ਼ਰ ਦੇ ਨਾਮ ਵਿੱਚ। ਮਹਾਰਾਜ ਕਹਿੰਦੇ ਸੁੱਖ ਨਾਹੀ ਦੇ ਹਰ ਭਗਤ ਬਿਨਾ। ਵਾਹਿਗੁਰੂ ਜੀ ਦੇ ਨਾਮ ਭਗਤੀ ਸੇਵਾ ਸਿਮਰਨ ਤੋਂ ਬਿਨਾਂ ਸੁੱਖ ਨਹੀਂ।
ਔਰ ਫਿਰ ਇਸ ਮਨੁੱਖਾ ਜਨਮ ਦੇ ਵਿੱਚ ਇੰਨੇ ਦੁੱਖ ਨੇ। ਜਿਹੜੀਆਂ ਦੂਸਰੀਆਂ ਜੂਨਾਂ ਹਨ, 84 ਲੱਖ ਜੂਨਾਂ 'ਚ ਇੱਕ ਮਨੁੱਖ ਹੀ ਹੈ ਜਿਹੜਾ ਬੜੀ ਸਹੂਲਤ ਵਿੱਚ ਰਹਿੰਦਾ ਹੈ। ਬਾਕੀ ਆ ਹੁਣ ਸਨੋਹ ਪੈਂਦੀ ਹੈ, ਵਿਚਾਰੇ ਪੰਛੀ ਦਰੱਖਤਾਂ ਉੱਤੇ ਹੀ ਆਪਣੇ ਸਰੀਰ ਨੂੰ ਠਾਰਦੇ ਰਹਿੰਦੇ ਉੱਥੇ ਹੀ। ਔਰ ਕੀੜੇ ਮਕੌੜੇ, ਪਸ਼ੂ ਪੰਛੀ ਜੰਗਲਾਂ ਵਿੱਚ ਕਿੱਦਾਂ ਜ਼ਿੰਦਗੀ ਗੁਜ਼ਾਰਦੇ ਆ। ਕੋਈ ਹਸਪਤਾਲ ਨਹੀਂ, ਕੋਈ ਦਵਾਈ ਦੱਪਾ ਨਹੀਂ, ਕੋਈ ਪੱਕੀ ਹੋਈ ਰੋਟੀ ਨਹੀਂ, ਕੋਈ ਸਿਰ 'ਤੇ ਛੱਤ ਨਹੀਂ, ਕੋਈ ਰਿਸ਼ਤੇਦਾਰ ਸੱਜਣ ਮਿੱਤਰ ਮਦਦਗਾਰ ਕਰਨ ਵਾਲਾ ਨਹੀਂ। ਕਿੰਨੇ ਦੁੱਖ ਨੇ। ਉਹਨਾਂ ਸਾਰਿਆਂ ਦੁੱਖਾਂ ਦੇ ਵਿੱਚ ਜੀਵ ਆਤਮਾ ਨੇ ਲੰਘਣਾ ਹੈ ਅਤੇ ਲੰਘੀ ਹੈ। ਇਸ ਤੋਂ ਵੱਡਾ ਡਰ ਕੋਈ ਵੀ ਨਹੀਂ। ਜਨਮ ਮਰਨ ਕਾ ਭਉ ਗਿਆ। ਕਹਿੰਦੇ ਪਹਿਲੀ ਗੱਲ ਤਾਂ ਇਸ ਜਨਮ ਦੇ ਮਰਨ ਦਾ ਵੀ ਦੁੱਖ ਹੈ। ਇਸ ਤੋਂ ਬਾਅਦ ਜਿਹੜੇ ਜਨਮ ਮਰਨ ਹਨ ਉਹਨਾਂ ਦਾ ਬਹੁਤ ਵੱਡਾ ਡਰ ਹੈ। ਇਹ ਕਿਸ ਤਰ੍ਹਾਂ ਜਾਏਗਾ? ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਚੇਤੇ ਕਰਨ ਨਾਲ ਵਾਹਿਗੁਰੂ 'ਚ ਲੀਨਤਾ ਹੋ ਜਾਂਦੀ ਹੈ। ਜਦੋਂ ਸਰੂਪ ਵਿੱਚ ਆਤਮਾ ਦੇ ਪਰਮਾਤਮਾ ਦੇ ਵਿੱਚ ਅਭੇਦਤਾ ਹੋ ਜਾਂਦੀ ਹੈ, ਉਦੋਂ ਜਨਮ ਮਰਨ ਦਾ ਭਉ ਚਲਾ ਜਾਂਦਾ ਹੈ। ਜੀਵਨ ਪਦਵੀ ਪਾਏ। ਅਸਲ ਜੀਵਨ ਪਦਵੀ ਉਦੋਂ ਪ੍ਰਾਪਤ ਹੁੰਦੀ ਹੈ। ਅਸਲ ਜੀਵਨ ਉਹ ਹੁੰਦਾ, ਜੀਵਨੋਂ ਮੈਂ ਜੀਵਨ ਪਾਇਆ ਹਰ ਗੁਰਮੁਖ ਭਾਏ ਰਾਮ। ਨਾਨਕ ਇਹੋ ਮਰਤਬਾ ਤਿਸਨੋਂ ਦੇ, ਜਿਸਨੋਂ ਕਿਰਪਾ ਕਰੇ ਰਜਾਏ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਮਰਤਬਾ, ਇਹ ਪਦਵੀ ਵਾਹਿਗੁਰੂ ਉਸ ਨੂੰ ਦਿੰਦਾ ਹੈ ਜਿਸ ਨੂੰ ਆਪਣੀ ਕਿਰਪਾ ਕਰਦਾ ਹੈ, ਆਪਣੀ ਰਜਾ ਵਿੱਚ ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ। ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ। ਇਹ ਪੌੜੀ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ। ਸਤਿਗੁਰੂ ਚੌਥੇ ਪਾਤਸ਼ਾਹ ਜੀ ਫਰਮਾਉਂਦੇ ਆ, ਵਾਹਿਗੁਰੂ ਆਪ ਹੀ ਦਾਨਾ ਬੀਨਾ ਹੈ। ਦਾਨਾ ਵਿਦਵਾਨ ਨੂੰ, ਸਿਆਣੇ ਨੂੰ, ਗਿਆਨੀ ਨੂੰ ਫਾਰਸੀ ਭਾਸ਼ਾ 'ਚ ਕਹਿੰਦੇ ਨੇ। ਬੀਨਾ ਜਿਹੜਾ ਬੜੀ ਬਰੀਕੀ ਦੇ ਨਾਲ ਦੇਖਦਾ ਹੈ, ਬਿਨਾਇਗੀ ਬੜੀ ਗਹਿਰਾਈ ਦੇ ਨਾਲ ਹਰ ਗੱਲ ਦਾ ਚਿੰਤਨ ਕਰਦਾ ਹੈ। ਯਾਨੀ ਦਾਨਾ ਬੀਨਿਆਂ ਦਾ ਮਤਲਬ ਹੈ ਬਹੁਤ ਸਿਆਣਾ, ਸਮਝਦਾਰ, ਵਿਦਵਾਨ, ਸੋਝੀ ਵਾਲਾ ਪੁਰਸ਼ ਵੀ ਵਾਹਿਗੁਰੂ ਆਪ ਹੈ। ਜਿੰਨੇ ਸੰਸਾਰ ਵਿੱਚ ਗਿਆਨੀ, ਵਿਦਵਾਨ, ਫਿਲੋਸਫਰ, ਡਾਕਟਰ, ਇੰਜੀਨੀਅਰ, ਸਾਇੰਸਦਾਨ, ਖੋਜੀ ਹਨ, ਇਹ ਵੀ ਉਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਬਣੇ ਹਨ। ਇਹਨਾਂ ਵਿੱਚ ਵੀ ਜਿੰਨੀ ਜਿੰਨੀ ਵਾਹਿਗੁਰੂ ਨੇ ਸੋਝੀ ਪਾਈ ਹੈ, ਓਨੇ ਹੀ ਇਹ ਗਿਆਨੀ ਹਨ। ਆਪੇ ਪ੍ਰਧਾਨਾ, ਆਪ ਹੀ ਵਾਹਿਗੁਰੂ ਪ੍ਰਧਾਨ ਹੈ, ਮੁਖੀ ਹੈ। ਜਿਹੜਾ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਪ੍ਰਧਾਨਾਂ ਦਾ ਸਿਸਟਮ ਹੈ, ਇਹ ਵੀ ਬੜਾ ਪੁਰਾਣਾ ਚੱਲਿਆ ਹੁੰਦਾ ਹੈ। ਜਿਹੜਾ ਮੁਖੀਆ ਹੋਵੇ ਉਹਨੂੰ ਪ੍ਰਧਾਨ ਕਹਿੰਦੇ ਹਨ। ਜੋ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਲੋਕਾਂ ਦਾ, ਸਮਾਜ ਦਾ ਸੰਚਾਲਨ ਕਰਦਾ ਹੈ, ਕਿਸੇ ਫਿਰਕੇ ਨੂੰ, ਕਿਸੇ ਸੰਪਰਦਾ ਨੂੰ ਚਲਾਉਂਦਾ ਹੈ, ਕਿਸੇ ਦੇਸ਼ ਨੂੰ, ਕਿਸੇ ਕੌਮ ਨੂੰ ਚਲਾਉਂਦਾ, ਉਹਨੂੰ ਪ੍ਰਧਾਨ ਕਹਿੰਦੇ ਹਨ। ਵਾਹਿਗੁਰੂ ਹੀ ਪ੍ਰਧਾਨ ਹੈ ਇਸ ਸੰਸਾਰ ਦਾ। ਹੋਰ ਤਾਂ ਦੁਨੀਆ 'ਚ ਲੱਖਾਂ ਪ੍ਰਧਾਨ ਹੋ ਕੇ ਚਲੇ ਜਾਂਦੇ ਹਨ। ਅਸਲੀ ਪ੍ਰਧਾਨ ਵਾਹਿਗੁਰੂ ਹੈ। ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ। ਆਪ ਆਪਣੇ ਸਰੂਪ ਨੂੰ ਦਿਖਾਉਣ ਵਾਸਤੇ ਗੁਰੂ ਬਣ ਕੇ ਆਉਂਦਾ ਹੈ ਅਤੇ ਆਪਣੀ ਆਤਮਾ ਦੇ ਦਰਸ਼ਨ ਕਰਾ ਦਿੰਦਾ ਹੈ। ਆਤਮ ਸਰੂਪ ਦੀ ਸਾਖਸ਼ਾਤ ਦਰਸ਼ਨ ਕਰਾ ਦਿੰਦਾ ਹੈ ਅਤੇ ਆਪ ਹੀ ਵਾਹਿਗੁਰੂ ਉਸ ਸਰੂਪ ਵਿੱਚ ਧਿਆਨ ਲਾਉਂਦਾ ਹੈ। ਆਪੇ ਮੋਨੀ ਵਰਤਦਾ, ਆਪੇ ਕਥੈ ਗਿਆਨਾ। ਆਪੇ ਹੀ ਸਾਧ ਸੰਗਤ ਜੀ ਮਹਾਰਾਜ ਦੇ ਪਿਆਰਿਆਂ ਭਗਤਾਂ ਸੰਤਾਂ ਦੀਆਂ ਖੇਡਾਂ ਬੜੀਆਂ ਨਿਆਰੀਆਂ ਹੁੰਦੀਆਂ। ਵਾਹਿਗੁਰੂ ਦੇ ਰੰਗ ਬੜੇ ਨਿਆਰੇ ਹੈ। ਆਪ ਹੀ ਵਾਹਿਗੁਰੂ ਮੋਨੀ ਬਣ ਕੇ ਗੁਪਤ ਹੋ ਕੇ ਜਿਨ੍ਹਾਂ ਨੂੰ ਆਤਮ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਗੁਪਤ ਹੋ ਜਾਂਦੇ ਹਨ। ਜਿਨ ਹਰ ਪਾਇਆ ਤਿਨੈ ਛੁਪਾਇਆ। ਬੋਲਦੇ ਹੀ ਨਹੀਂ, ਆਪਣੇ ਰੰਗ ਵਿੱਚ ਰੰਗੇ ਰਹਿ ਜਾਂਦੇ ਹੈ। ਐਸੇ ਤਾਂ ਤਤ ਬੇਤੇ ਮਹਾਂਪੁਰਸ਼ ਬ੍ਰਹਮ ਗਿਆਨੀ ਬੇਅੰਤ ਪੰਥ ਵਿੱਚ ਹੋਏ ਹਨ ਸਮਾਜ ਵਿੱਚ, ਜਿਨ੍ਹਾਂ ਨੇ ਵਾਹਿਗੁਰੂ ਦੇ ਪਰਮ ਤੱਤ ਨੂੰ ਜਾਣਨ ਤੋਂ ਬਾਅਦ ਬੋਲਣਾ ਛੱਡ ਦਿੱਤਾ। ਕੀ ਕਹੀਏ ਕਿਸੇ ਨੂੰ, ਕਿਉਂਕਿ ਕਹਿਣ ਤੋਂ ਬਾਹਰੀ ਗੱਲ ਹੈ। ਆਖੋ ਸ੍ਰੀ ਵਾਹਿਗੁਰੂ। ਕਹਿਣ ਤੋਂ ਬਾਹਰੀ ਗੱਲ ਹੈ। ਕਹੀਏ ਕਿ ਕੋਈ ਸਮਝ ਵੀ ਨਹੀਂ ਸਕਦਾ
ਕੋਈ ਕਹਿ ਵੀ ਨਹੀਂ ਸਕਦਾ। ਅਕਥ ਕਥਾ ਕਥੀ ਨਾ ਜਾਏ, ਕਥੀ ਨਹੀਂ ਜਾ ਸਕਦੀ ਕਥਾ, ਕਹੀ ਨਹੀਂ ਜਾ ਸਕਦੀ ਕਥਾ, ਬਿਆਨੀ ਨਹੀਂ ਜਾ ਸਕਦੀ ਕਥਾ। ਇਸ ਕਰਕੇ ਆਪੇ ਮੋਨੀ ਵਰਤਦਾ, ਉਹ ਮੋਨੀ ਬਣ ਕੇ ਵਰਤਦਾ ਹੈ। ਅਤੇ ਆਪੇ ਲਾਏ ਆਪੇ ਕਥਾ ਗਿਆਨਾ, ਅਤੇ ਆਪ ਹੀ ਕਥਾ ਕਰਦਾ ਗਿਆਨ ਦੀ। ਉਹ ਜਿਹੜੀ ਕਥਾ ਕਰਨ ਵਾਲਾ ਹੈ ਉਹ ਵੀ ਆਪ ਹੈ। ਐਸੇ ਮਹਾਂਪੁਰਸ਼ ਵੀ ਹਨ ਜਿਹੜੇ ਉਸ ਵਾਹਿਗੁਰੂ ਦੀ, ਪਰਮੇਸ਼ਰ ਦੀ ਆਤਮ ਅਨੁਭੂਤੀ ਦਾ ਬਿਆਨ ਵੀ ਕਰ ਦਿੰਦੇ ਹਨ। ਕਿਉਂ? ਕਿਉਂਕਿ ਜੇ ਉਹ ਨਾ ਬਿਆਨ ਕਰਨ ਤਾਂ ਸੰਸਾਰ ਦੇ ਜੀਵਾਂ ਨੂੰ ਪਤਾ ਲੱਗ ਹੀ ਨਹੀਂ ਸਕਦਾ। ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਅਕਥ ਕੀ ਕਥਾ ਸੁਣੇ, ਅਕਥ ਦੀ ਕਥਾ ਸੁਣਾਈ ਹੈ। ਅਕਥ ਕਥਾ ਹੀ ਹੈ ਸਾਰੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਥ ਕਥਾ ਹੀ ਹੈ। ਕਥੀ ਤਾਂ ਜਾ ਨਹੀਂ ਸਕਦੀ, ਪਰ ਕਥਨ ਕੀਤੀ ਗਈ ਹੈ। ਕਥਨ ਕਰਕੇ ਕਹਿ ਦਿੱਤਾ ਵੀ ਅਕਥ ਹੈ। ਐਸੀ ਅਸਚਰਜ ਖੇਡ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਕਵਿਤਾਂ ਵਿੱਚ ਭਾਈ ਸਾਹਿਬ ਨੇ ਬਹੁਤ ਉੱਚੀਆਂ ਉਡਾਰੀਆਂ ਲਈਆਂ ਨੇ। ਖਾਸ ਕਰਕੇ ਪਹਿਲੇ ਜਿਹੜੇ 100-150 ਕਵਿਤ ਹਨ, ਉਹਦੇ ਵਿੱਚ ਤਾਂ ਭਾਈ ਸਾਹਿਬ ਇਹੋ ਜਿਹੀ ਖੇਡਾਂ ਕਰਦੇ ਹੈ ਵੀ ਉਹਨਾਂ ਨੂੰ ਸਮਝਣਾ ਹੀ, ਸੁਰਤ ਹੀ ਨਹੀਂ ਸਾਡੀ ਪਹੁੰਚਦੀ ਉੱਥੇ। ਇੰਨੀ ਬਰੀਕੀ 'ਚ ਭਾਈ ਸਾਹਿਬ ਗਏ ਹੈ, ਜਿਵੇਂ ਵਾਲ ਦੀ ਖੱਲ ਲਾ ਕੇ ਰੱਖ ਦਿੱਤੀ ਹੈ। ਸੋ ਇਸ ਕਰਕੇ ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ, ਆਪੇ ਮੋਨੀ ਵਰਤਦਾ, ਆਪੇ ਕਥਾ ਗਿਆਨਾ। ਕਹਿੰਦੇ ਆਪ ਹੀ ਪਰਮੇਸ਼ਰ ਆਪਣੇ ਆਤਮ ਸਰੂਪ ਨੂੰ ਦਿਖਾਉਂਦਾ ਹੈ, ਆਪੇ ਹੀ ਉਸ ਸਰੂਪ ਵਿੱਚ ਧਿਆਨ ਲਾਉਂਦਾ ਹੈ, ਆਪੇ ਮੋਨੀ ਵਰਤਦਾ ਹੈ ਗੁਪਤ ਹੋ ਕੇ, ਅਤੇ ਆਪੇ ਹੀ ਉਹਦੀ ਗਿਆਨ ਦੀ ਕਥਾ ਕਰਦਾ ਹੈ। ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ। ਉਹ ਪਰਮੇਸ਼ਰ ਵਾਹਿਗੁਰੂ ਕਿਸੇ ਨੂੰ ਮਾੜਾ ਨਹੀਂ ਲੱਗਦਾ, ਕਿਸੇ ਨੂੰ ਕੌੜਾ ਨਹੀਂ ਲੱਗਦਾ, ਸਾਰਿਆਂ ਨੂੰ ਹੀ ਪਾ ਜਾਂਦਾ। ਕਿਉਂਕਿ ਆਪਣਾ ਸਰੂਪ ਕਿਸੇ ਨੂੰ ਵੀ ਮਾੜਾ ਨਹੀਂ ਲੱਗਦਾ। ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ। ਉਸ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਵਰਣਨ ਹੋ ਨਹੀਂ ਸਕਦੀ। ਕਿਹੜੀ ਉਹਦੀ ਤਾਰੀਫ ਕਰੀਏ, ਕਿਵੇਂ ਕਰੀਏ, ਕਿਸ ਤਰ੍ਹਾਂ ਕਰੀਏ, ਸਾਡੇ 'ਚ ਬਲ ਹੀ ਨਹੀਂ ਹੈ। ਸ਼ਬਦ ਹੀ ਮੁੱਕ ਜਾਂਦੇ ਹਨ। ਨਾ ਸਾਡੀ ਸੁਰਤ ਜਾ ਸਕਦੀ ਹੈ, ਨਾ ਸਾਡਾ ਮਨ ਜਾ ਸਕਦਾ ਹੈ, ਨਾ ਸਾਡੀਆਂ ਇੰਦਰੀਆਂ ਦੀ ਉੱਥੇ ਪਹੁੰਚ ਹੈ। ਐਸਾ ਵਾਹਿਗੁਰੂ ਪਰਮੇਸ਼ਰ ਸੁੰਦਰ ਸਰੂਪ ਹੈ। ਸਦ ਸਦ ਕੁਰਬਾਨਾ। ਬਲਿਹਾਰ 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 ਬਲਿਹਾਰ, ਸਦਾ ਸਦਾ ਕੁਰਬਾਨ ਕੁਰਬਾਨ ਜਾਈਏ ਉਸ ਤੋਂ। ਐਸੇ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਬਿਆਨ ਕੀਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਏ ਸਤਿਗੁਰ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਈਆਂ। ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੁ। ਕਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਜ ਤੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।